ਮਿਸਟਰ ਸਿੰਘ ਪ੍ਰੋਡਕਸ਼ਨਸ ਤੇ ਗੁਰਬਾਣੀ ਕੀਰਤਨ ਢਾਡੀ ਵਾਰਾ ਕਥਾ ਕਵੀ ਸ਼੍ਰੀ ਵਾਰਾ ਲਾਈਵ ਕੀਰਤਨ ਦੇਖਣ ਲਈ ਹੁਣੇ ਸਬਸਕ੍ਰਾਈਬ ਕਰੋ ਅਤੇ ਬੈਲ ਦੀ ਘੰਟੀ ਵਜਾਉਣਾ ਨਾ ਭੁੱਲਣਾ। ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਦਰੈ, ਨਾਨਕ ਹਰ ਗੁਣ ਗਾਓ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਦਇਆ ਦ੍ਰਿਸ਼ਟੀ ਦੇ ਸਦਕਾ ਗੁਰੂ ਨਾਨਕ ਜੋਤ ਦੇ 5ਵੇਂ ਅਤੇ 6ਵੇਂ ਵਾਰਸ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਅਤੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਨਿਵਾਜੇ ਹੋਏ ਮਹਾਨ ਗੁਰਸਿੱਖ ਬਹਾਦਰ ਬਾਬਾ ਬਿਧੀ ਚੰਦ ਜੀ, ਉਹਨਾਂ ਦੇ 11ਵੇਂ ਜਾਨਸ਼ੀਨ ਪੰਥ ਦੀ ਮਹਾਨ ਸ਼ਖਸੀਅਤ ਸਤਿਕਾਰਯੋਗ ਬਾਬਾ ਦਇਆ ਸਿੰਘ ਜੀ ਸੁਰ ਸਿੰਘ ਵਾਲੇ, ਉਹਨਾਂ ਦੀ ਸਾਲਾਨਾ ਯਾਦ ਅੰਦਰ ਮੌਜੂਦਾ ਮੁਖੀ ਸਤਿਕਾਰਯੋਗ ਬਾਬਾ ਅਵਤਾਰ ਸਿੰਘ ਜੀ, ਜਿਨ੍ਹਾਂ ਨੇ ਸਾਰੀਆਂ ਸੰਗਤਾਂ ਦੇ ਸਹਿਯੋਗ ਸਦਕਾ ਇਸ ਵਾਰ ਵੀ ਇਹ ਮਹਾਨ ਗੁਰਮਤਿ ਸਮਾਗਮ ਕਰਵਾਏ ਹਨ। ਦਾਸ ਤੋਂ ਪਹਿਲਾਂ ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀ ਨੇ ਗੁਰਬਾਣੀ ਦਾ ਹਰ ਜਸ ਕੀਰਤਨ ਸਰਵਣ ਕੀਤਾ ਹੈ। ਆਓ ਸੰਖੇਪ ਜੇ ਸਮੇਂ ਵਿੱਚ ਗੁਰਮਤਿ ਵਿਚਾਰਾਂ ਨਾਲ ਸਾਰੇ ਜੁੜਨ ਦਾ ਯਤਨ ਕਰੀਏ। ਦਾਸ ਦੀ ਤੇ ਆਪਣੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਓ। ਪਿਆਰ ਸਹਿਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਬਾਣੀ ਦੇ ਬਚਨ ਹਨ, ਕਹੋ ਕਬੀਰ ਇਹ RAM ਕੀ ਅੰਸ਼, ਜਸ ਕਾਗਜ ਪਰ ਮਿਟੈ ਨ ਮੰਸ। ਸਾਡੇ ਸਾਰਿਆਂ ਦੇ ਸਰੀਰ ਅੰਦਰ ਜਿਹੜੀ ਆਤਮਾ ਹੈ ਉਹ ਪ੍ਰਭੂ ਦੀ ਅੰਸ਼ ਹੈ। ਆਤਮਾ ਪ੍ਰਭੂ ਨਾਲ ਇਵੇਂ ਓਤ-ਪੋਤ ਹੈ ਜਿਵੇਂ ਕਿਸੇ ਕਾਗਜ਼ ਦੇ ਉੱਪਰ ਸਿਆਹੀ ਦੇ ਨਾਲ ਅੱਖਰ ਲਿਖੇ ਹੋਣ ਤੇ ਉਹਨਾਂ ਅੱਖਰਾਂ ਨੂੰ ਕਾਗਜ਼ ਤੋਂ ਮਿਟਾਇਆ ਨਹੀਂ ਜਾ ਸਕਦਾ, ਉਸ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਜਿਸ ਦਿਨ ਦਾ ਪਰਮਾਤਮਾ ਨੇ ਇਹ ਸਰੀਰ ਬਣਾਇਆ ਆਤਮਿਕ ਰੂਪ ਦੇ ਵਿੱਚ ਅਤੇ ਜਿਸ ਦਿਨ ਦਾ ਉਹਨੇ ਸੰਸਾਰ ਸਿਰਜਿਆ, ਆਪ ਇੱਕ ਰਸ ਵਿਆਪਕ ਹੋ ਕੇ ਸਾਰੇ ਸੰਸਾਰ ਵਿੱਚ ਉਹ ਆਪ ਰਮਿਆ ਹੋਇਆ ਹੈ। ਜੀਵਾਂ ਨੂੰ ਜਨਮ ਦੇ ਕੇ ਇਸ ਸੰਸਾਰ ਦੇ ਅੰਦਰ ਇਸ ਲਈ ਭੇਜਦਾ ਹੈ ਵੀ ਇਸ ਸੰਸਾਰ ਦੇ ਅੰਦਰ ਬੜੀ ਵਿਚਿੱਤਰ ਰਚਨਾ ਹੈ, ਬੜੇ ਕਈ ਤਰ੍ਹਾਂ ਦੇ ਕੌਤਕ ਰਾਗ ਨਾਦ ਨੇ, ਕਈ ਤਰ੍ਹਾਂ ਦੇ ਰਸ ਕਸ ਹਨ। ਜੇ ਯਤਨ ਕਰੇ ਗੁਰੂ ਕਿਰਪਾ ਦਾ ਪਾਤਰ ਬਣ ਕੇ ਜੇ ਮੈਨੂੰ ਲੱਭ ਸਕਦਾ ਹੈ ਤੇ ਇਸ ਜਗਤ ਵਿੱਚੋਂ ਲੱਭ ਲਵੀਂ। ਜੇ ਇਸ ਜਗਤ ਫੇਰੀ ਵਿੱਚ ਮਨੁੱਖ ਆਪਣੇ ਮੂਲ ਨਾਲ, ਆਪਣੇ ਧੁਰ ਨਾਲ, ਆਪਣੇ ਕਰਤੇ ਨਾਲ ਜੁੜ ਕੇ ਉਹਦੀ ਪ੍ਰਾਪਤੀ ਕਰ ਲੈਂਦਾ, ਉਹਨਾਂ ਦਾ ਜੀਵਨ ਬਹਾਦਰ ਬਾਬਾ ਬਿਧੀ ਚੰਦ ਜੀ ਵਾਂਗ, ਸਤਿਕਾਰਯੋਗ ਬਾਬਾ ਦਇਆ ਸਿੰਘ ਜੀ ਹੋਰਾਂ ਵਾਂਗ ਸਫਲ ਹੋ ਜਾਂਦਾ ਹੈ। ਪਰ ਸਾਡੇ ਵਿੱਚੋਂ ਬਹੁਤੇ ਐਸੇ ਨੇ ਜਿਹੜੇ ਸਰੀਰਕ ਤਲ ਤੇ ਜਿਉਂਦੇ ਨੇ। ਅਸੀਂ ਆਪਣੀ ਜ਼ਿੰਦਗੀ ਵਿੱਚੋਂ ਆਤਮਿਕ ਪੱਖ ਜਿਹੜਾ ਹੈ ਉਹਦੇ ਤੋਂ ਬਹੁਤ ਦੂਰ ਹਾਂ।
ਸਰੀਰਕ ਤੌਰ ਤੇ ਜਗਤ ਵਿੱਚ ਆਏ, ਖਾ ਲਿਆ, ਪੀ ਲਿਆ, ਹੱਸ ਲਿਆ, ਖੇਡ ਲਿਆ, ਇੱਕ ਦਿਨ ਜੀਵਨ ਯਾਤਰਾ ਸਮਾਪਤ ਹੋ ਜਾਂਦੀ ਹੈ, ਅਸੀਂ ਸੰਸਾਰ ਤੋਂ ਤੁਰ ਜਾਂਦੇ ਹਾਂ। ਔਰ ਇਹ ਵੀ ਸਾਨੂੰ ਸਾਰਿਆਂ ਨੂੰ ਪਤਾ ਹੈ, ਜੰਮਣ ਮਰਨਾ ਹੁਕਮ ਹੈ, ਭਾਣੈ ਆਵੈ ਜਾਏ। ਪਰ ਪ੍ਰਭੂ ਪਿਆਰੇ ਜਦੋਂ ਗੁਰੂ ਸੇਵਾ ਤੇ ਪਰਮੇਸ਼ਰ ਦੇ ਸਿਮਰਨ ਨਾਲ ਆਪਣੀ ਆਤਮ ਨੂੰ, ਜੀਵਨ ਨੂੰ ਰੰਗਦੇ ਨੇ, ਆਪਣੇ ਆਤਮਿਕ ਪੱਖ ਨੂੰ ਸਵਾਰਦੇ ਨੇ, ਉਹ ਫਿਰ ਰੱਬੀ ਵਜਦ ਵਿੱਚ ਜੁੜ ਕੇ ਆਖਦੇ ਨੇ, ਬਹੁਰ ਹਮ ਕਾਹੇ ਆਵਾਂਗੇ, ਆਵਣ ਜਾਣਾ ਹੁਕਮ ਤਿਸੈ ਕਾ, ਹੁਕਮੈ ਬੁਝ ਸਮਾਵਾਂਗੇ। ਜਿਸ ਹੁਕਮ ਦੇ ਵਿੱਚ ਉਹ ਸੰਸਾਰ ਤੇ ਆਉਂਦੇ ਨੇ, ਜਿਸ ਹੁਕਮ ਦੇ ਨਾਲ ਉਹ ਸੰਸਾਰ ਤੋਂ ਤੁਰਦੇ ਨੇ, ਜਨਮ ਤੋਂ ਲੈ ਕੇ ਅੰਤਲੇ ਸਮੇਂ ਤੱਕ ਜਿਹੜਾ ਜੀਵਨ ਉਹਨਾਂ ਕੋਲ ਹੁੰਦਾ ਹੈ, ਉਹ ਵੀ ਪਰਮਾਤਮਾ ਦੀ ਰਜ਼ਾ ਵਿੱਚ, ਪ੍ਰਭੂ ਦੇ ਹੁਕਮ ਵਿੱਚ ਜੁੜ ਕੇ ਉਹ ਬਤੀਤ ਕਰਦੇ ਨੇ। ਇਹੀ ਕਾਰਨ ਹੈ ਕਿ ਜਿਹੜਾ ਹੁਕਮ ਦੇ ਵਿੱਚ ਤੁਰਦਾ, ਜਿਹੜਾ ਰਜ਼ਾ ਦੇ ਵਿੱਚ ਤੁਰਦਾ, ਉਹਨੂੰ ਹੀ ਪਰਮਾਤਮਾ ਦਾ ਭਗਤ, ਪ੍ਰਭੂ ਦਾ ਸੰਤ, ਬ੍ਰਹਮ ਗਿਆਨੀ ਕਿਹਾ ਗਿਆ। ਇਹ ਵੀ ਅਟਲ ਸਚਾਈ ਹੈ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਗੁਰੂ ਦਾ ਅਸਲ ਸਿੱਖ, ਗੁਰੂ ਦਾ ਅਸਲ ਰਿਸ਼ਤੇਦਾਰ, ਅਸਲ ਵਿੱਚ ਗੁਰੂ ਦਾ ਭਾਈ, ਗੁਰੂ ਦਾ ਨਜ਼ਦੀਕੀ ਉਹੀ ਹੈ ਜਿਹੜਾ ਗੁਰੂ ਦੀ ਰਜ਼ਾ ਵਿੱਚ, ਗੁਰੂ ਦੀ ਆਗਿਆ ਦੇ ਵਿੱਚ ਤੁਰਦਾ। ਸਾਡੇ ਵਿੱਚੋਂ ਬਹੁਤਿਆਂ ਦਾ ਜੀਵਨ ਇਸ ਤਰ੍ਹਾਂ ਦਾ ਹੈ, ਸੰਗ ਸਹਾਈ ਸੋ ਆਵੈ ਨਾ ਚੀਤ, ਜੋ ਬਹਿਰਾਈ ਤਾਂ ਸਿਉ ਪ੍ਰੀਤ। ਜੋ ਸਾਡਾ ਸੰਗੀ ਹੈ, ਜੋ ਨਾਲ ਨਿਭਣ ਵਾਲਾ ਹੈ, ਜੋ ਸਾਡਾ ਮਦਦਗਾਰ ਹੈ, ਜਿਸ ਪ੍ਰਭੂ ਬਾਰੇ ਅਕਸਰ ਗੁਰੂ ਕਿਰਪਾ ਦੇ ਪਾਤਰ ਬਣ ਕੇ ਭਾਈ ਬਿਧੀ ਚੰਦ ਜੀ ਇਸ ਵਿਸ਼ਵਾਸ ਦੇ ਵਿੱਚ ਜੀਵਨ ਜਿਉਂਦੇ ਸਨ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਉਹ ਗੁਰੂ ਤੇ ਪਰਮੇਸ਼ਰ ਨੂੰ ਸਦਾ ਅੰਗ ਸੰਗ ਮੰਨਦੇ ਨੇ। ਇਹੀ ਕਾਰਨ ਕਿ ਭਾਈ ਬਿਧੀ ਚੰਦ ਜੀ ਜਦੋਂ ਗੁਰੂ ਕਿਰਪਾ ਦੇ ਪਾਤਰ ਬਣ ਕੇ ਗੁਰੂ ਤੋਂ ਕੋਈ ਜਾਚਨਾ ਵੀ ਕਰਦੇ ਨੇ, ਤੇ ਉਸ ਜਾਚਨਾ ਵਿੱਚ ਵੀ ਇਹ ਸ਼ਾਮਲ ਹੈ, ਗੁਰੂ ਦਾ ਅੰਗ, ਸਾਧ ਕਾ ਸੰਗ, ਨਾਮ ਦਾ ਰੰਗ, ਨਿਸ਼ਚਾ ਅਭੰਗ। ਜਿਨ੍ਹਾਂ ਨੇ ਰੱਬੀ ਵਜਦ ਵਿੱਚ ਜੁੜ ਕੇ ਆਖਿਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ, ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਤੇ ਗੁਰੂ ਦੇ ਸਨਮੁਖ ਸਿੱਖ ਵੀ ਉਹ ਹੈ। ਚਾਹੇ ਅਸੀਂ ਬਹਾਦਰ ਬਾਬਾ ਬਿਧੀ ਚੰਦ ਜੀ ਦਾ ਜ਼ਿਕਰ ਕਰ ਲਈਏ, ਤੇ ਚਾਹੇ ਉਹਨਾਂ ਦੇ 11ਵੇਂ ਜਾਨਸ਼ੀਨ ਸਤਿਕਾਰਯੋਗ ਬਾਬਾ ਦਇਆ ਸਿੰਘ ਜੀ। ਇਹ ਸੱਚ ਹੈ ਕਿ ਜਿਹੜਾ ਗੁਰੂ ਦੇ ਸਨਮੁਖ ਹੈ, ਉਹ ਸਦਾ ਗੁਰੂ ਨੂੰ ਅੰਗ ਸੰਗ ਸਮਝਦਾ ਹੈ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉ ਰਹਿ ਗੁਰ ਨਾਲੇ। ਗੁਰ ਕੇ ਚਰਨ ਹਿਰਦੈ ਸੰਭਾਲੇ, ਅੰਤਰ ਆਤਮੈ ਸੰਭਾਲੇ। ਆਪ ਛੱਡ ਸਦਾ ਰਹਿ ਪਰਣੈ, ਗੁਰ ਬਿਨ ਅਵਰ ਨਾ ਜਾਣੈ ਕੋਏ। ਕਹੈ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਜਿਹੜਾ ਆਪਾ ਭਾਵ ਤਿਆਗ ਕੇ ਸਦਾ ਗੁਰੂ ਦੇ ਆਸਰੇ ਜੀਵਨ ਜਿਉਂਦਾ, ਗੁਰੂ ਤੋਂ ਬਿਨਾਂ ਕਦੇ ਆਪਣੀ ਜ਼ਿੰਦਗੀ ਵਿੱਚ ਕਿਸੇ ਹੋਰ ਨੂੰ ਉਹ ਮਹਾਨਤਾ ਨਹੀਂ ਦਿੰਦਾ ਜਿਹੜੀ ਮਹਾਨਤਾ ਉਹਦੇ ਜੀਵਨ ਵਿੱਚ ਗੁਰੂ ਦੀ ਹੈ। ਤੇ ਜਦੋਂ ਗੁਰੂ ਦੀ ਕਿਰਪਾ ਦਾ ਉਹ ਪਾਤਰ ਬਣਦਾ, ਜਿਨ੍ਹਾਂ ਨੇ ਸਦਾ ਗੁਰੂ ਨੂੰ ਅੰਗ ਸੰਗ ਸਮਝਿਆ, ਪਰਮੇਸ਼ਰ ਨੂੰ ਅੰਗ ਸੰਗ ਸਮਝਿਆ, ਤੇ ਗੁਰੂ ਕਲਗੀਧਰ ਪਾਤਸ਼ਾਹ ਫਿਰ ਉਸ ਪਿਆਰੇ ਗੁਰਸਿੱਖ ਵੱਲ, ਆਪਣੇ ਸਾਜੇ ਨਵਾਜੇ ਖਾਲਸੇ ਵੱਲ ਇਸ਼ਾਰਾ ਕਰਕੇ ਆਖਦੇ ਨੇ, ਖਾਲਸਾ ਮੇਰੋ ਮੁਖ ਹੈ ਅੰਗਾ, ਖਾਲਸੇ ਕੇ ਹੋਂ ਸਦ ਸਦ ਸੰਗਾ। ਇਹ ਅਟਲ ਸਚਾਈ ਹੈ। ਬਾਬਾ ਦਇਆ ਸਿੰਘ ਜੀ ਜਿੱਥੇ ਸੰਤ ਸਨ, ਬ੍ਰਹਮ ਗਿਆਨੀ ਸਨ, ਉੱਥੇ ਸਿਪਾਹੀ ਵੀ ਸਨ, ਕਿਉਂਕਿ ਨਿਹੰਗ ਸਿੰਘ ਗੁਰੂ ਕੀ ਬੜੀ ਵੱਡੀ ਬਖਸ਼ਿਸ਼ ਹੈ। ਸਤਿਗੁਰਾਂ ਨੇ ਗੁਰੂ ਕੀਆਂ ਲਾਡਲੀਆਂ ਫੌਜਾਂ ਹੋਣ ਦਾ ਜਿਹੜਾ ਮਾਣ ਹੈ, ਉਹ ਨਿਹੰਗ ਸਿੰਘਾਂ ਨੂੰ ਬਖਸ਼ਿਸ਼ ਕੀਤਾ ਹੈ। ਸੰਤ ਸਿਪਾਹੀ ਵਾਲਾ ਜੀਵਨ ਜਿਹੜਾ ਹੈ, ਉਹ ਬਾਬਾ ਦਇਆ ਸਿੰਘ ਹੋਣਾ ਦਾ ਹੈ। ਇਹੀ ਕਾਰਨ ਕਿ ਜਦੋਂ ਵੀ ਕੋਈ ਪੰਥਕ ਕਾਰਜ ਆਉਂਦੇ ਸਨ, ਚਾਹੇ ਉਹ ਸ਼ਤਾਬਦੀਆਂ ਦੇ ਰੂਪ ਵਿੱਚ
ਚਾਹੇ ਕਿਤੇ ਕੋਈ ਪੰਥ ਤੇ ਵੱਡਾ ਸੰਕਟ ਆਇਆ, ਹਮੇਸ਼ਾ ਹੀ ਨਿਹੰਗ ਸਿੰਘਾਂ ਵੱਲੋਂ ਬੜੇ ਖਾਲਸਾਈ ਜਾਓ ਜਲਾਲ ਦੇ ਨਾਲ ਮਹੱਲਿਆਂ ਦੇ ਰੂਪ ਵਿੱਚ, ਨਗਰ ਕੀਰਤਨ ਦੇ ਰੂਪ ਵਿੱਚ ਅਤੇ ਹੋਰ ਬਹੁਤ ਸਾਰੀਆਂ ਪੰਥਕ ਸੇਵਾਵਾਂ ਦੇ ਵਿੱਚ ਆਪਣਾ ਯੋਗਦਾਨ ਪਾ ਕੇ ਸੰਤ ਸਿਪਾਹੀ ਹੋਣ ਦਾ ਪ੍ਰਤੱਖ ਸਬੂਤ ਜਿਹੜਾ ਹੈ ਉਹ ਸੰਸਾਰ ਦੇ ਸਾਹਮਣੇ ਰੱਖਿਆ। ਹੁਣ ਵੀ ਜਦੋਂ ਕਿਰਸਾਨੀ ਦੇ ਉੱਪਰ ਬੜੀ ਵੱਡੀ ਆਫਤ ਆਈ ਹੈ ਤੇ ਤੁਸੀਂ ਸਾਰੇ ਵੇਖ ਰਹੇ ਸੀ ਕਿ ਸਤਿਕਾਰਯੋਗ ਬਾਬਾ ਅਵਤਾਰ ਸਿੰਘ ਜੀ ਜਿਹੜੇ ਮੌਜੂਦਾ ਮੁਖੀ ਨੇ ਬਹਾਦਰ ਬਾਬਾ ਵਿਧੀ ਚੰਦ ਦਲ ਦੇ, ਉਹਨਾਂ ਨੇ ਦਿੱਲੀ ਦੀ ਧਰਤੀ ਤੇ ਜਾ ਕੇ ਕਈ ਦਿਨ ਉਹਨਾਂ ਧਰਨਿਆਂ ਵਿੱਚ ਸ਼ਾਮਲ ਹੋ ਕੇ ਇਸ ਸੰਕਟ ਦੇ ਵਿੱਚ ਜਿੱਥੇ ਆਪਣਾ ਫਰਜ਼ ਨਿਭਾਇਆ, ਉੱਥੇ ਸੱਚਮੁੱਚ ਸਤਿਗੁਰੂ ਜੀ ਦੀ ਜੋ ਸਿੱਖਿਆ ਹੈ ਕਿ ਜਦੋਂ ਵੀ ਕੋਈ ਲੋੜਵੰਦ, ਜਦੋਂ ਵੀ ਕੋਈ ਮਜਲੂਮ ਹੋਵੇ, ਮੇਰਾ ਖਾਲਸਾ, ਮੇਰਾ ਸਿੱਖ ਉਸ ਮਜਲੂਮ, ਉਸ ਲੋੜਵੰਦ ਵਾਲੇ ਪਾਸੇ ਖੜਦਾ ਹੈ। ਸਤਿਗੁਰੂ ਸਾਹਿਬ ਜੀ ਨੇ ਇਹ ਸਿੱਖਿਆ ਦਿੱਤੀ ਹੈ ਕਿ ਆਮ ਸੰਸਾਰੀ ਜੀਵ ਜਿਹੜੇ ਨੇ, ਸੰਗ ਸੁਹਾਈ ਸੋ ਆਵੈ ਨਾ ਚੀਤ, ਜੋ ਬਹਿਰਾਈ ਤਾਂ ਸਿਉ ਪ੍ਰੀਤ। ਜਿਹੜਾ ਪ੍ਰਮਾਤਮਾ ਸਦਾ ਮਦਦਗਾਰ ਹੈ, ਜਿਹੜਾ ਸਦਾ ਸਾਥ ਨਿਭਾਉਣ ਵਾਲਾ ਹੈ, ਉਹ ਤਾਂ ਚੇਤੇ ਨਹੀਂ ਆਉਂਦਾ। ਤੇ ਜਿਹੜੇ ਵਿਸ਼ੇ ਵਿਕਾਰ ਔਗਣ ਮਨੁੱਖ ਦੇ ਵੈਰੀ ਨੇ, ਮਨੁੱਖ ਉਹਨਾਂ ਦੇ ਨਾਲ ਪ੍ਰੀਤ ਕਰੀ ਬੈਠਾ। ਆਮ ਮਨੁੱਖ ਦੀ ਹਾਲਤ ਹੈ, ਜੇ ਕਰ ਕਥਾ ਹੋਤ ਹਰ ਸੰਤਨ, ਇੱਕ ਨਿਮਖ ਨਾ ਕੀਨੋ ਮੈਂ ਫੇਰਾ, ਲੰਪਟ ਚੋਰ ਦੂਤ ਮਤ ਵਾਰੇ, ਤਿੰਨ ਸੰਗ ਸਦਾ ਬਸੇਰਾ। ਪਰਮਾਤਮਾ ਜਿੱਥੇ ਤਾਕਤਵਰ ਹੈ, ਸਮਰੱਥ ਹੈ, ਸਰਬ ਕਲਾ ਸਮਰੱਥ ਅਸੀਂ ਪੜ੍ਹਦੇ ਹਾਂ, ਉੱਥੇ ਉਹਦੀ ਜਿਹੜੀ ਆਪੋਜੀਸ਼ਨ ਹੈ, ਜੋ ਉਹਦੇ ਵਿਰੋਧੀ ਨੇ, ਜਿਸ ਨੂੰ ਮਾਇਆ ਕਿਹਾ ਜਾਂਦਾ ਹੈ, ਜਿਸ ਨੂੰ ਵਿਕਾਰ ਜਾਂ ਔਗਣ ਕਿਹਾ ਜਾਂਦਾ ਹੈ, ਉਹ ਵੀ ਬੜੇ ਪ੍ਰਬਲ ਨੇ। ਤੇ ਉਹੀਓ ਮਨੁੱਖ ਸੂਰਮਾ ਹੈ ਜਿਨੇ ਉਸ ਪ੍ਰਬਲ ਵੈਰੀ ਦਲ ਦੀ ਫੌਜ ਨਾਲ ਮੁਕਾਬਲਾ ਕਰਕੇ ਆਪਣੇ ਆਤਮਿਕ ਜੀਵਨ ਦੇ ਉੱਪਰ ਜਿੱਤ ਪ੍ਰਾਪਤ ਕਰਕੇ ਆਪਣੇ ਆਪ ਨੂੰ ਸੁਰਖਰੂ ਬਣਾਇਆ। ਨਹੀਂ ਤਾਂ ਸਾਡੇ ਵਿੱਚੋਂ ਬਹੁਤੇ ਐਸੇ ਨੇ ਜਿਹੜੇ ਇਸ ਸਰੀਰਕ ਰੂਪੀ ਕਿਲੇ ਵਿੱਚ, ਜੋ ਰੇਤ ਦਾ ਕਿਲਾ ਹੈ, ਉਹਦੇ ਵਿੱਚ ਟਿਕ ਕੇ ਕੇਵਲ ਸਰੀਰਕ ਤਲ ਤੇ ਹੀ ਜੀਵਨ ਜਿਉ ਰਹੇ ਨੇ। ਬਲੂਆ ਕੇ ਗਰੇ ਭੀਤਰ ਵਸੈ, ਆਨੰਦ ਕੇਲ ਮਾਇਆ ਰੰਗ ਰਸੈ। ਇਹ ਰੇਤ ਦਾ ਘਰ ਹੈ, ਜਿਹੜਾ ਸਰੀਰ ਹੈ, ਜਿਨੇ ਢਹਿ ਜਾਣਾ, ਇੱਕ ਦਿਨ ਬਿਨਸ ਜਾਣਾ। ਤੇ ਬਹੁਤੇ ਇਹਦੇ ਵਿੱਚ ਰਹਿ ਕੇ ਮੋਹ ਮਾਇਆ ਦੇ ਕਈ ਤਰ੍ਹਾਂ ਦੇ ਆਨੰਦ ਕੌਤਕਾਂ ਦਾ ਰਸ ਜਿਹੜਾ ਹੈ ਉਹ ਮਾਣ ਰਹੇ ਨੇ। ਪਰ ਪ੍ਰਭੂ ਪਿਆਰੇ ਜਿਹੜੇ ਨੇ, ਉਹ ਗੁਰੂ ਕਿਰਪਾ ਦੇ ਪਾਤਰ ਬਣ ਕੇ ਸਤ ਸੰਗਤ ਵਿੱਚੋਂ ਗੁਰੂ ਕੀ ਬਾਣੀ ਦਾ ਰਸ ਮਾਣਦੇ ਹਨ। ਉਹਨਾਂ ਦਾ ਜੀਵਨ ਦੁਨਿਆਵੀ ਰਸਾਂ ਕਸਾਂ ਤੋਂ ਬਹੁਤ ਉੱਪਰ ਹੁੰਦਾ ਹੈ। ਇਸੇ ਲਈ ਸਾਡੇ ਸੰਸਾਰੀ ਜੀਵਾਂ ਦਾ ਜ਼ਿਕਰ ਕਰਦਿਆਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ, ਦ੍ਰਿੜ ਕਰ ਮਾਨੈ ਮਨੈ ਪ੍ਰਤੀਤ, ਕਾਲ ਨਾ ਆਵੈ ਮੂੜੇ ਚੀਤ। ਕਿ ਇਸ ਮੂਰਖ ਮਨੁੱਖ ਨੂੰ ਮੌਤ ਕਾਲ ਤਾਂ ਚੇਤੇ ਨਹੀਂ ਆਉਂਦਾ। ਇਹ ਇਸ ਰੇਤ ਦੇ ਸਰੀਰ ਰੂਪੀ ਘਰ ਵਿੱਚ, ਸਰੀਰ ਰੂਪੀ ਕਿਲੇ ਵਿੱਚ ਰਹਿ ਕੇ ਬੜੀ ਦ੍ਰਿੜਤਾ ਨਾਲ ਇਹਦੇ ਤੇ ਵਿਸ਼ਵਾਸ ਕਰੀ ਬੈਠਾ, ਇਹਦੇ ਤੇ ਪ੍ਰਤੀਤ ਕਰੀ ਬੈਠਾ ਵੀ ਸ਼ਾਇਦ ਇਹ ਸਦੀਵੀ ਰਹਿਣ ਵਾਲਾ ਹੈ। ਕਹੋ ਕਬੀਰ ਇਹ ਰਾਮ ਕੀ ਅੰਸ਼। ਇੱਥੇ ਤੱਕ ਇਹਦੀ ਸੁਰਤ ਜਿਹੜੀ ਹੈ ਉਹ ਨਹੀਂ ਪਹੁੰਚਦੀ, ਕੇਵਲ ਸਰੀਰਕ ਤਲ ਤੇ ਇਹ ਜੀਵਨ ਜਿਉ ਰਿਹਾ ਤੇ ਇਹੀ ਮਨ ਦੇ ਵਿੱਚ ਪੱਕਾ ਕਰਕੇ ਬੈਠਾ ਵੀ ਸ਼ਾਇਦ ਇਹ ਜਿਹੜਾ ਮੈਨੂੰ ਸਰੀਰ ਮਿਲਿਆ ਇਹ ਮੇਰੇ ਨਾਲ ਨਿਭਣਾ। ਪਰ ਪਾਤਸ਼ਾਹ ਕਹਿੰਦੇ ਇੱਕ ਦਿਨ ਐਸਾ ਆਉਂਦਾ, ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ। ਜੈਸੇ ਬਸਤਰ ਦੇ ਉਡਾਨੇ, ਦਿਨ ਦੋਏ ਚਾਰ ਪੁਰਾਹਾ, ਭੀਤ ਊਪਰੇ ਕੇਤਕ ਧਾਈਆ, ਅੰਤ ਔਰ ਕੋ ਆਹਾ। ਜਿਵੇਂ ਤਨ ਤੇ ਬਸਤਰ ਪਹਿਨਦੇ ਆ ਤੇ ਇੱਕ ਦਿਨ ਤਿਆਗ ਕੇ ਜਾਣਾ ਪੈਂਦਾ, ਜਿਵੇਂ ਕਿਸੇ ਕੰਧ ਦੇ ਉੱਪਰ ਦੌੜ ਲਾਈਏ ਤੇ ਉਹ ਕੰਧ ਆਖਰ ਮੁੱਕ ਜਾਂਦੀ ਹੈ ਤੇ ਸਾਡੀ ਦੌੜ ਜਿਹੜੀ ਹੈ ਉਹ ਸਮਾਪਤ ਹੋ ਜਾਂਦੀ ਹੈ। ਪ੍ਰਭੂ ਪਿਆਰੇ ਜਦੋਂ ਅਕਾਲ ਨੂੰ ਚੇਤੇ ਰੱਖਦੇ ਨੇ ਤੇ ਸੱਚਮੁੱਚ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਹਰ ਵੇਲੇ, ਹਰ ਛਿਨ, ਹਰ ਪਲ ਉਹਨਾਂ ਨੂੰ ਕਾਲ ਚੇਤੇ ਹੈ। ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਵ ਘਟੈ ਤਨ ਸੀਜੈ, ਕਾਲ ਅਹੇਰੀ ਫਿਰੈ ਬਦਕ, ਜਿਉ ਕਹੋ ਕਵਨ ਬਿਦ ਕੀਜੈ। ਜਿਹਨੂੰ ਕਾਲ ਚੇਤੇ ਹੈ ਉਹੀਓ ਅਸਲ ਵਿੱਚ ਅਕਾਲ ਦੇ ਨਾਲ ਜੁੜਦਾ ਹੈ। ਜਿਹਨੂੰ ਆਪਣਾ ਅੰਤ ਚੇਤੇ ਹੈ ਉਹੀ ਅਸਲ ਵਿੱਚ ਬੇਅੰਤ ਦੇ ਨਾਲ ਜੁੜਦਾ ਹੈ। ਤੇ ਜਿਹੜਾ ਆਪਣੇ ਆਪ ਨੂੰ
ਇਹ ਵਿਸ਼ਵਾਸ ਇਹ ਪ੍ਰਤੀਤ ਕਰੀ ਬੈਠਾ ਹੈ ਵੀ ਸ਼ਾਇਦ ਮੈਂ ਸਦੀਵੀ ਇਸ ਸੰਸਾਰ ਵਿੱਚ ਰਹਿਣਾ ਹੈ, ਉਹ ਨਾ ਤਾਂ ਗੁਰੂ ਕਿਰਪਾ ਦਾ ਪਾਤਰ ਬਣ ਸਕਦਾ ਹੈ ਤੇ ਨਾ ਕਦੇ ਪਰਮੇਸ਼ਰ ਨਾਲ ਉਹ ਜੁੜ ਕੇ ਆਪਣੇ ਆਤਮਿਕ ਜੀਵਨ ਨੂੰ ਸਵਾਰ ਸਕਦਾ ਹੈ। ਮੈਂ ਫਿਰ ਬੇਨਤੀ ਕਰਾਂ ਕਿ ਜਨਮ ਹੈ ਹੀ ਅਸਲ ਵਿੱਚ ਸਰੀਰ ਤੇ ਆਤਮਾ ਦਾ ਸੰਜੋਗ, ਤੇ ਮੌਤ ਕਿਹਾ ਜਾਂਦਾ ਜਦੋਂ ਇਹਨਾਂ ਦੋਵਾਂ ਦਾ ਵਿਛੋੜਾ ਪੈਂਦਾ। ਬਹੁਤ ਸਾਰੇ ਸੰਸਾਰੀ ਜੀਵ ਜੰਮਦੇ ਤੇ ਮਰਦੇ ਰਹਿੰਦੇ ਨੇ, ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਗੁਨਾਹਾਂ ਦੇ ਸਜ਼ਾਵਾਂ ਦੇ ਅਧੀਨ ਕਦੇ ਜੰਮਦੇ ਨੇ ਮਰਦੇ ਨੇ, ਕਦੇ ਆਉਂਦੇ ਨੇ ਕਦੇ ਜਾਂਦੇ ਨੇ, ਪਰ ਜਿਹੜੇ ਗੁਰੂ ਕਿਰਪਾ ਦੇ ਪਾਤਰ ਬਣ ਗਏ, ਪ੍ਰਭੂ ਦੇ ਨਦਰੇ ਕਰਮ ਦੇ ਪਾਤਰ ਬਣ ਗਏ, ਉਹਨਾਂ ਬਾਰੇ ਆਖਿਆ ਗੁਰਮੁਖ ਸੱਦੇ ਜਾਣ ਆਵਣ ਘੱਲਿਆ। ਉਹ ਪਰਮਾਤਮਾ ਦੇ ਸੱਦੇ ਹੋਏ ਇਸ ਸੰਸਾਰ ਤੋਂ ਤੁਰ ਜਾਂਦੇ ਨੇ, ਤੇ ਜਦੋਂ ਕਿਤੇ ਸਪੈਸ਼ਲ ਡਿਊਟੀ ਲਾ ਕੇ ਪਰ ਉਪਕਾਰ ਦੀ ਖਾਤਰ ਇਸ ਵਿਗੜੇ ਹੋਏ ਜਗਤ ਨੂੰ ਸਵਾਰਨ ਲਈ ਪਰਮੇਸ਼ਰ ਉਹਨਾਂ ਨੂੰ ਫਿਰ ਭੇਜਣਾ ਚਾਵੇ ਤੇ ਉਹ ਸੰਸਾਰ ਵਿੱਚ ਆਉਂਦੇ ਨੇ, ਪਰ ਸਾਡੇ ਵਾਂਗ ਜਨਮ ਮਰਨ ਦੇ ਗੇੜ ਵਿੱਚ ਨਹੀਂ। ਜਨਮ ਮਰਨ ਦੋਹੂ ਮੈਂ ਨਾਹੀ ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ। ਸਤਿਗੁਰਾਂ ਕਿਰਪਾ ਕੀਤੀ ਕਿ ਆਮ ਮਨੁੱਖ ਦੀ ਹਾਲਤ ਇਸ ਤਰ੍ਹਾਂ ਦੀ ਹੈ ਕਿ ਇਹ ਇਸ ਸਰੀਰ ਰੂਪੀ ਕਿਰੇ ਵਿੱਚ ਦ੍ਰਿੜ ਕਰ ਮਾਨੈ ਮਨੈ ਪ੍ਰਤੀਤ ਇਹ ਵਿਸ਼ਵਾਸ ਕਰੀ ਬੈਠਾ ਕਿ ਮੈਂ ਇਸ ਸਰੀਰ ਰੂਪੀ ਕਿਲੇ ਵਿੱਚ ਸਦੀਵੀ ਰਹਿਣਾ, ਇਸ ਕਰਕੇ ਕਾਲ ਨਾ ਆਵੇ ਮੂੜੇ ਚੀਤ। ਇਹਦੀ ਜ਼ਿੰਦਗੀ ਵਿੱਚ ਕਈ ਤਰ੍ਹਾਂ ਦੇ ਔਗਣ ਨੇ, ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾ ਲੋਭ ਧਰੋ। ਇਸ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਵੈਰ ਵਿਰੋਧ ਈਰਖਾ ਇਸ ਤਰ੍ਹਾਂ ਦੇ ਕਈ ਔਗਣ ਨੇ। ਇਸ ਕਰਕੇ ਇਹ ਮਨੁੱਖ ਆਪਣੇ ਸਰੀਰਕ ਤਲ ਤੇ ਜਿਉਂਦਾ, ਆਪਣੇ ਇਸ ਮਨੁੱਖਾ ਜੀਵਨ ਨੂੰ ਸਫਲ ਨਹੀਂ ਕਰ ਸਕਦਾ। ਸਤਿਗੁਰਾਂ ਨੇ ਇੱਕ ਜੁਗਤੀ ਦੱਸੀ ਆ, ਮੈਂ ਕਹਿ ਕੇ ਸਮਾਪਤੀ ਵਾਲੇ ਪਾਸੇ ਆਵਾਂ, ਕਿਉਂਕਿ ਬਹਾਦਰ ਬਾਬਾ ਵਿਧੀ ਚੰਦ, ਜਿਨ੍ਹਾਂ ਨੂੰ ਅਸੀਂ ਵਿਧੀਆਂ ਦੇ ਮਾਲਕ ਵੀ ਕਹਿੰਦੇ ਸਾਂ, ਉਹ ਵਿਧੀਆਂ ਗੁਰੂ ਦੀ ਦੱਸੀ ਹੋਈ ਜੁਗਤ, ਗੁਰੂ ਦੀਆਂ ਦਸੀਆਂ ਹੋਈਆਂ ਸਿੱਖਿਆਵਾਂ ਸਨ। ਤੇ ਜਦੋਂ ਕਿਤੇ ਗੁਰੂ ਕੀ ਬਾਣੀ ਦਾ ਸਹਿਜ ਪਾਠ ਕਰੋ ਤੇ ਗੁਰੂ ਕੀ ਬਾਣੀ ਵਿੱਚ ਜ਼ਿਕਰ ਆਵੇਗਾ ਕਿ ਕਿਹੜੀ ਵਿਦ ਅਸੀਂ ਤਿਆਗਣੀ ਹੈ, ਇਹ ਵਿਦ ਨੈ ਪਤਿਆਨੋ ਠਾਕਰ ਜੋਗ ਜੁਗਤ ਕਰ ਜੈਨ। ਜਿਹੜੀਆਂ ਵਿਧੀਆਂ ਤਿਆਗਣ ਯੋਗ ਨੇ ਉਹ ਤਿਆਗਣੀਆਂ ਨੇ। ਜੋਗ ਸਿੱਧ ਆਸਣ 84 ਇਹ ਵੀ ਕਰ ਕਰ ਰਹਿਆ, ਵੱਡੀ ਆਰਜਾ ਫਿਰ ਜਨਮੈ ਹਰ ਸੋ ਸੰਗ ਨਾ ਗਹਿਆ। ਪਿਆਰੇ ਇਨ ਵਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾਂ। ਤੇ ਜਦੋਂ ਭਗਤ ਧੰਨਾ ਜੀ ਵਰਗੀ ਜੁਗਤ ਇਹ ਵਿਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਮਿਲੈ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਗੁਰੂ ਦੀ ਇੱਕ ਦਸੀ ਹੋਈ ਜੁਗਤ ਹੈ, ਉਹ ਜੁਗਤ ਜੀਵਨ ਵਿੱਚ ਧਾਰਨ ਕਰ ਲਈਏ ਤੇ ਸਾਡਾ ਗ੍ਰਸਥ, ਸਾਡਾ ਸੰਸਾਰੀ ਜੀਵਨ ਵੀ ਸਫਲ ਹੋ ਸਕਦਾ ਹੈ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ। ਸਤਿਗੁਰ ਕੀ ਐਸੀ ਵਡਿਆਈ ਪੁੱਤਰ ਕਲੱਤਰ ਵਿੱਚੇ ਗਤ ਪਾਈ। ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ, ਜਿਨ੍ਹਾਂ ਦਾ 2021 ਇਸੇ ਸਾਲ ਦੇ ਵਿੱਚ ਮਈ ਦੇ ਆਰੰਭ ਵਿੱਚ 400 ਸਾਲਾ ਪ੍ਰਕਾਸ਼ ਗੁਰਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਣਾ ਹੈ। ਉਹਨਾਂ ਨੇ ਵੀ ਸਾਨੂੰ ਇਹ ਜੁਗਤੀ ਬਖਸ਼ਿਸ਼ ਕੀਤੀ ਹੈ, ਗੁਰ ਕਿਰਪਾ ਜੇ ਨਰ ਕੋ ਕੀਨੀ ਤਿਹ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਕਿ ਜਿਵੇਂ ਪਾਣੀ ਵਿੱਚ ਪਾਣੀ ਮਿਲ ਕੇ ਪਾਣੀ ਦਾ ਰੂਪ ਹੋ ਜਾਂਦਾ ਹੈ, ਜਲ ਕਾ ਜਲ ਹੁਆ ਰਾਮ, ਪਵਨੈ ਮੈਂ ਪਵਨ ਸਮਾਇਆ, ਹਵਾ ਹਵਾ ਵਿੱਚ ਮਿਲ ਕੇ ਹਵਾ ਦਾ ਰੂਪ ਹੋ ਜਾਂਦੀ ਹੈ। ਕਹੋ ਕਬੀਰ ਇਹ ਰਾਮ ਕੀ ਅੰਸ਼। ਤੇ ਜਿਹੜੀ ਆਤਮਾ ਹੈ ਹੀ ਰਾਮ ਦੀ ਅੰਸ਼-ਵੰਸ਼, ਸਾਡੇ ਸਾਰਿਆਂ ਦੇ ਸਰੀਰਾਂ ਅੰਦਰ ਪ੍ਰਮਾਤਮਾ ਦੀ ਅੰਸ਼ ਟਿਕੀ ਹੋਈ ਹੈ। ਔਰ ਜਿਹੜਾ ਮਨੁੱਖ ਇਸ ਸਰੀਰਕ ਤਲ ਤੋਂ ਉੱਪਰ ਉੱਠ ਕੇ ਆਤਮਿਕ ਤਲ ਤੇ ਜੀਵਨ ਜਿਉਂਦਾ ਹੈ, ਜਦੋਂ ਗੁਰੂ ਕਿਰਪਾ ਦਾ ਪਾਤਰ ਬਣ ਕੇ ਗੁਰੂ ਦੀ ਇਹ ਜੁਗਤ ਸਮਝਦਾ ਹੈ, ਗੁਰ ਕਿਰਪਾ ਜਿਹ ਨਰ ਕੋ ਕੀਨੀ ਤਿਹ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਉਹ ਮਨੁੱਖ ਇਵੇਂ ਪ੍ਰਮਾਤਮਾ ਵਿੱਚ ਲੀਨ ਹੋ ਜਾਂਦਾ ਜਿਵੇਂ ਪਾਣੀ ਵਿੱਚ ਪਾਣੀ ਲੀਨ ਹੋ ਜਾਂਦਾ, ਕਿਉਂਕਿ ਪਾਣੀ ਦਾ ਹੀ ਅਸਲ ਵਿੱਚ ਅਸਲਾ ਹੈ। ਇੱਕ ਬੂੰਦ ਵੀ H2O ਹਾਈਡਰੋਜਨ ਪਲੱਸ ਆਕਸੀਜਨ
ਤੇ ਠਾਠਾ ਮਾਰਦੇ ਸਮੁੰਦਰ ਦਾ ਅਸਲਾ ਵੀ ਜਿਹੜਾ ਹੈ ਉਹ H2O ਹੈ। ਇਸੇ ਤਰ੍ਹਾਂ ਸਾਡੀ ਆਤਮਾ ਦਾ ਅਸਲਾ, ਸਾਡੀ ਆਤਮਾ ਦਾ ਮੂਲ ਅਸਲ ਵਿੱਚ ਪਰਮਾਤਮਾ ਹੈ। ਜਿਨੀ ਆਤਮ ਚੀਨਿਆ ਪਰਮਾਤਮ ਸੋਈ। ਆਤਮਾ ਪਰਾਤਮਾ ਏਕੋ ਕਰੈ, ਅੰਤਰ ਕੀ ਦੁਬਦਾ ਅੰਤਰ ਮਰੈ। ਔਰ ਅਸਲ ਵਿੱਚ ਮਨੁੱਖ ਦਾ ਜੀਵਨ ਹੈ ਹੀ ਇਸ ਲਈ ਕਿ ਅਸੀਂ ਜਗਤ ਵਿੱਚ ਆ ਕੇ ਪਰਮਾਤਮਾ ਦੀ ਪ੍ਰਾਪਤੀ ਤੱਕ ਪਹੁੰਚ ਸਕੀਏ। ਮੇਰੇ ਸਤਿਗੁਰੂ ਜੀ ਨੇ ਜਿੱਥੇ ਇਹ ਸਾਰਾ ਜ਼ਿਕਰ ਕੀਤਾ, ਇਆਹੂ ਜੁਗਤ ਬਿਹਾਨੇ ਕਈ ਜਨਮ, ਸਾਹਿਬ ਕਹਿੰਦੇ ਆ ਪਹਿਲਾ ਜਨਮ ਨਹੀਂ ਹੈ। ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਾਵੋਂ ਹਮ ਆਏ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕੁਰੰਗਾ। ਤੇ ਅਜੇ ਵੀ ਆਪਾਂ ਕਹੀ ਜਾਂਦੇ ਵੀ ਹੁਣ ਅੰਮ੍ਰਿਤ ਗਾਂ ਛਕ ਕੇ ਗਾਂ ਜਾ ਕੇ ਛਕਾਂਗੇ, ਪਤਾ ਨਹੀਂ ਅੱਗੇ ਬਹੁਤ ਦੇਰ ਹੋ ਗਈ ਹੈ। ਗੁਰ ਸੇਵਿਓ ਬੇਗ ਬਿਗਾਲੀ, ਜਿਵੇਂ ਗੁਰੂ ਦੀ ਸ਼ਰਨ ਵਿੱਚ ਆ ਕੇ ਜਿੰਨਾ ਜਲਦੀ ਹੋ ਸਕਦਾ ਗੁਰੂ ਵਾਲੇ ਬਣ ਜਾਣਾ ਚਾਹੀਦਾ। ਸਤਿਗੁਰ ਕੈ ਜਨਮੈ ਗਵਨ ਮਿਟਾਇਆ, ਗੁਰੂ ਦੇ ਘਰ ਜਨਮ ਹੋ ਜਾਵੇ ਤੇ ਆਵਾ ਗਵਨ ਮਿਟ ਜਾਂਦਾ। ਸਤਿਗੁਰਾਂ ਕਿਰਪਾ ਕੀਤੀ, ਇਆਹੂ ਜੁਗਤ ਬਿਹਾਨੇ ਕਈ ਜਨਮ, ਵੀ ਆਹ ਕੁਝ ਕਰਦਿਆਂ ਇਸ ਤਰੀਕੇ ਦੇ ਨਾਲ ਕਈ ਜਨਮ ਬਤੀਤ ਹੋ ਚੁੱਕੇ ਨੇ। ਸੰਗ ਸੁਹਾਈ ਸੋ ਆਵੈ ਨਾ ਚੀਤ, ਜੋ ਬੈਰਾਈ ਤਾਂ ਸਿਉ ਪ੍ਰੀਤ, ਬਲੂਆ ਕੇ ਗਰੇ ਭੀਤਰ ਵਸੈ। ਇਹ ਸਾਰਾ ਕੁਝ ਕਰਦਿਆਂ ਇਆਹੂ ਜੁਗਤ ਬਿਹਾਨੇ ਕਈ ਜਨਮ, ਇੱਕ ਦੋ ਨਹੀਂ, ਪਤਾ ਨਹੀਂ ਕਿੰਨੇ ਕੁ ਜਨਮ ਬਤੀਤ ਹੋ ਚੁੱਕੇ ਨੇ। ਤੇ ਹੁਣ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦੇ ਅੱਗੇ ਅਰਦਾਸ ਕਰਨੀ ਹੈ, ਨਾਨਕ ਰਾਖ ਲਿਹੋ ਆਪਨ ਕਰ ਕਰਮ। ਹੁਣ ਆਪਣਾ ਨਦਰੇ ਕਰਮ ਕਰ, ਆਪਣੀ ਮਿਹਰਾਮਤ ਕਰ, ਆਪਣੀ ਕਿਰਪਾ ਕਰ ਤੇ ਸਾਨੂੰ ਰੱਖ ਲੈ, ਸਾਨੂੰ ਬਖਸ਼ ਲੈ। ਤੇ ਜਦੋਂ ਗੁਰੂ ਨਦਰੇ ਕਰਮ ਕਰਦਾ, ਜਦੋਂ ਪਰਮਾਤਮਾ ਕਿਰਪਾ ਕਰਦਾ ਤੇ ਸੱਚਮੁੱਚ ਮਨੁੱਖ ਦਾ ਜੀਵਨ ਜਿਹੜਾ ਹੈ ਉਹ ਸਫਲ ਹੋ ਜਾਂਦਾ ਹੈ। ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ, ਇਹ ਅੰਮ੍ਰਿਤ ਦ੍ਰਿਸ਼ਟੀ ਗੁਰੂ ਦੀ ਕਿਰਪਾ, ਗੁਰੂ ਦਾ ਨਦਰੇ ਕਰਮ ਹੈ, ਪਰਮਾਤਮਾ ਦਾ ਨਦਰੇ ਕਰਮ ਹੈ ਕਿ ਮਨੁੱਖ ਤੋਂ ਸੰਤ ਹੋ ਜਾਣਾ, ਮਨੁੱਖ ਤੋਂ ਬ੍ਰਹਮ ਗਿਆਨੀ ਬਣ ਜਾਣਾ। 12 ਸਾਲ ਦੇ ਬੱਚੇ ਨੂੰ ਕਹਿਣਾ ਵੀ ਇਹ ਬਾਬਾ ਬੁੱਢਾ, ਇਹ ਉਸ ਨਦਰੇ ਕਰਮ ਦਾ ਅਸਲ ਵਿੱਚ ਸਿਖਰ ਸੀ, ਚਰਮ ਸੀਮਾ ਸੀ। ਸਤਿਗੁਰੂ ਜੀ ਨੇ 1469 ਤੋਂ ਲੈ ਕੇ 1708 ਤੱਕ ਅਜਿਹੀਆਂ ਕਈ ਬਖਸ਼ਿਸ਼ਾਂ ਕੀਤੀਆਂ ਨੇ, ਜਿਨ੍ਹਾਂ ਵਿੱਚ ਇੱਕ ਬਖਸ਼ਿਸ਼ ਇਹ ਵੀ ਹੈ, ਬਹਾਦਰ ਬਾਬਾ ਬਿਧੀ ਚੰਦ ਜੀ, ਜਿਨ੍ਹਾਂ ਨੂੰ ਸਤਿਗੁਰੂ ਸਾਹਿਬ ਜੀ ਨੇ ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ ਪ੍ਰੇਮ ਰੰਗ ਭੀਨਾ ਹੋਣ ਦਾ ਖਿਤਾਬ ਬਖਸ਼ਿਸ਼ ਕੀਤਾ। ਆਪਣੇ ਸੀਨੇ ਅੰਦਰ, ਆਪਣੇ ਹਿਰਦੇ ਅੰਦਰ ਥਾਂ ਦੇ ਦਿੱਤੀ। ਤੇ ਅੱਜ ਉਹਨਾਂ ਦੇ ਜਾਨਸ਼ੀਨ ਸਤਿਕਾਰਯੋਗ ਬਾਬਾ ਦਇਆ ਸਿੰਘ ਜੀ ਸੁਰ ਸਿੰਘ ਵਾਲੇ, ਉਹਨਾਂ ਦੀ ਸਾਲਾਨਾ ਯਾਦ ਅੰਦਰ ਸਤਿਕਾਰਯੋਗ ਬਾਬਾ ਅਵਤਾਰ ਸਿੰਘ ਜੀ ਹੋਰਾਂ ਵੱਲੋਂ ਜੋ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਨੇ, ਅਸੀਂ ਸਾਰੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦੇ ਪਾਤਰ, ਗੁਰੂ ਸੰਗਤ ਦੀ ਕਿਰਪਾ ਦੇ ਪਾਤਰ ਬਣਨ ਵਾਸਤੇ ਇੱਥੇ ਜੁੜੇ ਹਾਂ। ਔਰ ਗੁਰਮਤਿ ਸਮਾਗਮਾਂ ਦਾ ਅਸਲ ਵਿੱਚ ਮਨੋਰਥ ਵੀ ਇਹ ਹੋਣਾ ਚਾਹੀਦਾ ਕਿ ਜਿਨ੍ਹਾਂ ਗੁਰੂ ਪਿਆਰਿਆਂ ਨੇ ਗੁਰਮਤਿ ਤੇ ਚੱਲ ਕੇ ਆਪਣਾ ਜੀਵਨ ਸਵਾਰਿਆ ਹੈ, ਉਹਨਾਂ ਦੇ ਵਾਂਗ ਅਸੀਂ ਵੀ ਆਪਣੇ ਆਪ ਨੂੰ ਗੁਰੂ ਦੇ ਅੱਗੇ ਸਮਰਪਿਤ ਕਰਕੇ ਆਪਣਾ ਇਹ ਮਨੁੱਖਾ ਜੀਵਨ ਜਿਹੜਾ ਹੈ ਇਸ ਨੂੰ ਸਫਲਾ ਕਰੀਏ। ਕੋਟਾਨ ਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਆਪ ਸਾਰੀਆਂ ਸੰਗਤਾਂ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ ਮੈਂ ਧੰਨਵਾਦ ਕਰਾਂਗਾ। ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿਨ੍ਹਾਂ ਨੇ ਬੜੇ ਪਿਆਰ ਸਹਿਤ ਸਤਿਕਾਰਯੋਗ ਬਾਬਾ ਅਵਤਾਰ ਸਿੰਘ ਜੀ ਜਿਹੜੇ ਮੁਖੀ ਨੇ ਇਸ ਵੇਲੇ ਬਹਾਦਰ ਬਾਬਾ ਬਿਧੀ ਚੰਦ ਦਲ ਦੇ, ਉਹਨਾਂ ਦਾ ਜਿਹੜਾ ਸੁਨੇਹਾ ਸੀ ਉਹ ਦਾਸ ਨੂੰ ਦਿੱਤਾ ਅਤੇ ਉਸ ਸੁਨੇਹੇ ਦੇ ਮੁਤਾਬਕ ਦਾਸ ਨੇ ਇੱਥੇ ਆ ਕੇ ਆਪ ਸੰਗਤਾਂ ਦੇ ਦਰਸ਼ਨ ਕੀਤੇ ਨੇ। ਦੇਸ਼ ਵਿਦੇਸ਼ ਵਿੱਚੋਂ ਸੰਗਤਾਂ ਇੱਥੇ ਪਹੁੰਚੀਆਂ ਨੇ। ਲਾਈਵ ਪ੍ਰੋਗਰਾਮ ਚੱਲ ਰਿਹਾ, ਸੰਗਤਾਂ ਵੇਖ ਵੀ ਰਹੀਆਂ ਹਨ। ਆਸਟ੍ਰੇਲੀਆ ਤੋਂ ਵੀ ਸਤਿਕਾਰਯੋਗ ਬਾਬਾ ਅਵਤਾਰ ਸਿੰਘ ਜੀ ਭੈਲ, ਉਹਨਾਂ ਦਾ ਵੀ ਫੋਨ ਆਇਆ ਸੀ ਕਿ ਸੰਗਤਾਂ ਦੇ ਵਿੱਚ ਜ਼ਰੂਰ ਹਾਜ਼ਰੀ ਲਵਾਇਓ। ਦਾਸ ਉਹਨਾਂ ਦੀ ਵੀ ਹਾਜ਼ਰੀ ਲਵਾਉਂਦਾ ਹੋਇਆ, ਆਪਣੀਆਂ ਭੁੱਲਾਂ ਤੋਂ ਖਿਮਾ ਦੀ ਜਾਚਨਾ ਕਰਦਾ ਹੋਇਆ ਇੱਥੇ ਸਮਾਪਤੀ ਕਰਦਾ ਹਾਂ। ਬੁਲਾਓ ਗੁਰੂ ਫਤਿਹ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।